ਦੇ ਵਿੱਚ ਤੇ ਸਾਡੀ ਅੱਜ ਦੀ ਕਹਾਣੀ ਕਿ ਮੈਂ ਕਿਵੇਂ ਸੌਮਿਆ ਆਂਟੀ ਦੀ ਗੁਲਾਬੀ ਨਰਮ ਗੁਫਾ ਦੇ ਵਿੱਚ ਫੇਰਿਆ ਆਪਣਾ ਗਿੱਠ ਜਿੱਡਾ ਲੰਬਾ ਸੰਦ। ਅੱਜ ਦੀ ਕਹਾਣੀ ਬਹੁਤ ਹੀ ਮਜ਼ੇਦਾਰ ਹੋਣ ਵਾਲੀ ਹੈ, ਇਸ ਲਈ ਇਸ ਕਹਾਣੀ ਨੂੰ ਅੰਤ ਤੱਕ ਸੁਣ ਕੇ ਜਾਇਓ ਜੀ। ਸੌਮਿਆ ਆਂਟੀ ਮੇਰੇ ਨਾਲ ਫਲੈਟ ਵਿੱਚ ਰਹਿੰਦੀ ਸੀ, ਇਸ ਲਈ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਆਂਟੀ ਦਾ ਇੱਕ ਪੁੱਤਰ ਵੀ ਸੀ ਜਿਸ ਦੀ ਉਮਰ 15 ਸਾਲ ਹੋਣੀ ਹੈ। ਉਸ ਦਾ ਪਤੀ ਪ੍ਰਾਈਵੇਟ ਨੌਕਰੀ ਕਰਦਾ ਸੀ ਕਿਸੇ ਕੰਪਨੀ ਦੇ ਵਿੱਚ। ਉਸ ਦਾ ਲੜਕਾ ਮੇਰੇ ਨਾਲ ਖੂਬ ਮੇਲ-ਜੋਲ ਰੱਖਦਾ ਸੀ, ਇਸ ਲਈ ਕਦੇ-ਕਦੇ ਉਹ ਮੇਰੇ ਫਲੈਟ ਵਿੱਚ ਖੇਡਣ ਲਈ ਆ ਜਾਂਦਾ ਸੀ। ਕਦੇ-ਕਦੇ ਮੈਂ ਉਸਦੇ ਘਰ ਜਾਂਦਾ ਹੁੰਦਾ ਸੀ। ਇੱਕ ਦਿਨ ਅੰਕਲ ਨੇ ਮੈਨੂੰ ਬੁਲਾਇਆ, ਕਿਹਾ ਸਨੀ ਮੈਂ ਅਤੇ ਮੇਰਾ ਬੇਟਾ ਕੁਝ ਦਿਨਾਂ ਲਈ ਆਪਣੇ ਦਾਦੇ ਦੇ ਘਰ ਜਾ ਰਹੇ ਹਾਂ ਅਤੇ 10 ਜਾਂ 15 ਦਿਨਾਂ ਬਾਅਦ ਵਾਪਸ ਆ ਜਾਵਾਂਗੇ, ਇਸ ਲਈ ਤੁਸੀਂ ਆਪਣੀ ਆਂਟੀ ਦਾ ਧਿਆਨ ਰੱਖਿਓ। ਜੇਕਰ ਉਹਨਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤਾਂ ਕਿਰਪਾ ਕਰਕੇ ਲਿਆ ਦਿਓ। ਮੈਂ ਕਿਹਾ ਠੀਕ ਹੈ ਅੰਕਲ, ਫਿਰ ਤੁਸੀਂ ਬੇਫਿਕਰ ਹੋ ਕੇ ਜਾਓ ਅੰਕਲ, ਮੈਂ ਸਭ ਕੁਝ ਦੇਖ ਲਵਾਂਗਾ। ਅਗਲੀ ਸਵੇਰ ਉਹ ਚਲੇ ਗਏ। ਹੁਣ ਉਸਦੇ ਘਰ ਵਿੱਚ ਆਂਟੀ ਹੀ ਸਨ। ਅੰਕਲ ਦੇ ਕਹੇ ਅਨੁਸਾਰ ਮੈਂ ਵੀ ਆਂਟੀ ਦੇ ਨਾਲ ਉਸਦੇ ਘਰ ਰਹਿਣ ਲਈ ਹਾਂ ਕਰ ਦਿੱਤੀ, ਪਰ ਹੁਣ ਤੱਕ ਮੈਂ ਉਸਦੇ ਘਰ ਰਹਿਣ ਨਹੀਂ ਗਿਆ ਸੀ। ਅੰਕਲ ਦੇ ਜਾਣ ਤੋਂ ਬਾਅਦ ਹੀ ਮੈਂ ਆਪਣੇ ਘਰ ਆ ਕੇ ਸੌਂ ਗਿਆ। ਅੰਕਲ ਦੇ ਜਾਣ ਤੋਂ ਬਾਅਦ ਸਵੇਰ ਦਾ ਸਮਾਂ ਸੀ। ਆਂਟੀ ਰੋਜ਼ ਆਮ ਵਾਂਗ ਘਰ ਦੀ ਸਫਾਈ ਕਰਨ ਲੱਗੀ ਹੋਈ ਸੀ ਅਤੇ ਮੈਂ ਆਪਣੇ ਲਈ ਨਾਸ਼ਤਾ ਬਣਾਉਣ ਲੱਗਾ ਸੀ। ਅਚਾਨਕ ਉਸੇ ਸਮੇਂ ਮੇਰੇ ਸਿਲੰਡਰ ਦੀ ਗੈਸ ਖਤਮ ਹੋ ਗਈ ਅਤੇ ਮੇਰਾ ਨਾਸ਼ਤਾ ਨਹੀਂ ਬਣ ਸਕਿਆ। ਮੈਂ ਖਾਲੀ ਸਿਲੰਡਰ ਲੈ ਕੇ ਕਮਰੇ 'ਚੋਂ ਬਾਹਰ ਆਇਆ ਤੇ ਪੌੜੀਆਂ ਉਤਰਨ ਲੱਗਾ। ਉਹਨਾਂ ਦਾ ਫਲੈਟ ਪੌੜੀਆਂ ਦੇ ਨਾਲ ਹੀ ਸੀ ਅਤੇ ਉਹਨਾਂ ਦੇ ਦਰਵਾਜ਼ੇ ਖੁੱਲੇ ਹੋਏ ਸਨ। ਆਂਟੀ ਨੇ ਮੈਨੂੰ ਸਿਲੰਡਰ ਲਿਜਾਂਦਿਆਂ ਦੇਖਿਆ। ਉਹ ਮੈਨੂੰ ਪੁੱਛਣ ਲੱਗੀ, ਹੇ ਸਨੀ ਸਿਲੰਡਰ ਲੈ ਕੇ ਕਿੱਥੇ ਜਾ ਰਹੇ ਹੋ? ਮੈਂ ਕਿਹਾ ਗੈਸ ਖਤਮ ਹੋ ਗਈ ਹੈ ਆਂਟੀ, ਮੈਂ ਇਸ ਨੂੰ ਦੁਬਾਰਾ ਭਰਾਉਣ ਜਾ ਰਿਹਾ ਹਾਂ। ਆਂਟੀ ਨੇ ਕਿਹਾ ਨਾ ਜਾਓ, ਤੁਸੀਂ ਮੇਰੇ ਘਰ ਹੀ ਖਾਣਾ ਖਾ ਲਓ। ਮੈਂ ਕਿਹਾ ਨਹੀਂ ਆਂਟੀ, ਮੈਂ ਰੀਫਿਲ ਕਰਵਾ ਲਵਾਂਗਾ, ਤੁਸੀਂ ਕਿਉਂ ਤਕਲੀਫ ਕਰਦੇ ਹੋ? ਵੈਸੇ ਵੀ ਸਿਲੰਡਰ ਤਾਂ ਭਰਵਾਉਣਾ ਹੀ ਪਵੇਗਾ ਮੈਨੂੰ। ਆਂਟੀ ਕਹਿੰਦੇ ਹਾਂ ਇਹ ਠੀਕ ਹੈ, ਇਸ ਦੀ ਬੁਕਿੰਗ ਕਰਵਾ ਲਓ, ਆਕਰ ਦੇ ਜਾਵੇਗਾ। ਵੈਸੇ ਵੀ ਤੇਰਾ ਅੰਕਲ ਇਹ ਕਹਿ ਕੇ ਗਿਆ ਹੈ ਕਿ ਜਦੋਂ ਤੱਕ ਉਹ ਵਾਪਸ ਨਹੀਂ ਆਉਂਦੇ ਉਦੋਂ ਤੱਕ ਤੂੰ ਮੇਰੇ ਘਰ ਖਾਣਾ ਖਾਵੇਂਗਾ। ਪਹਿਲਾਂ ਵੀ ਮੈਂ ਉਹਨਾਂ ਲਈ ਖਾਣਾ ਪਕਾਉਂਦੀ ਹੀ ਸੀ, ਇਸ ਲਈ ਹੁਣ ਮੈਨੂੰ ਆਪਣੇ ਲਈ ਖਾਣਾ ਬਣਾਉਣ ਦਾ ਵੀ ਮਨ ਨਹੀਂ ਕਰੇਗਾ। ਬੇਟੇ ਤੁਸੀਂ ਇੱਥੇ ਰਹੋ ਤਾਂ ਮੈਨੂੰ ਚੰਗਾ ਲੱਗੇਗਾ। ਮੈਂ ਬਹੁਤ ਇਨਕਾਰ ਕੀਤਾ ਪਰ ਆਂਟੀ ਨਹੀਂ ਮੰਨੀ। ਫਿਰ ਉਸਨੇ ਕਿਹਾ ਤੁਸੀਂ ਵੀ ਤਾਂ ਅੰਕਲ ਨੂੰ ਮੇਰਾ ਧਿਆਨ ਰੱਖਣ ਲਈ ਹਾਂ ਕੀਤੀ ਸੀ, ਤਾਂ ਕੀ ਮੈਂ ਤੁਹਾਡੀ ਦੇਖਭਾਲ ਨਹੀਂ ਕਰ ਸਕਦੀ? ਮੈਂ ਕਿਹਾ ਠੀਕ ਹੈ, ਮੈਂ ਸਿਲੰਡਰ ਬੁੱਕ ਕਰਵਾ ਲਵਾਂਗਾ। ਹੁਣ ਮੈਂ ਸਿਲੰਡਰ ਲੈ ਕੇ ਕਮਰੇ ਵਿੱਚ ਵਾਪਸ ਚਲਾ ਗਿਆ। ਫਿਰ ਥੋੜੀ ਦੇਰ ਬਾਅਦ ਆਂਟੀ ਆਈ ਤੇ ਉਸਨੇ ਮੈਨੂੰ ਪੈਸੇ ਅਤੇ ਲਿਸਟ ਦਿੱਤੀ ਅਤੇ ਕਿਹਾ ਬੇਟਾ ਇਹ ਸਭ ਕੁਝ ਬਾਜ਼ਾਰ ਤੋਂ ਸਮਾਨ ਲੈ ਕੇ ਆਓ। ਮੈਂ ਪੈਸੇ ਅਤੇ ਲਿਸਟ ਲੈ ਕੇ ਸਮਾਨ ਲੈਣ ਲਈ ਚਲਾ ਗਿਆ। ਜਦੋਂ ਮੈਂ ਵਾਪਸ ਆਇਆ ਤਾਂ ਉਸਦਾ ਦਰਵਾਜ਼ਾ ਬੰਦ ਸੀ। ਮੈਂ ਦਰਵਾਜ਼ੇ ਦੀ ਘੰਟੀ ਵਜਾਈ, ਅੰਦਰੋਂ ਆਂਟੀ ਦੀ ਆਵਾਜ਼ ਆਈ, ਮੈਂ ਨਹਾ ਰਹੀ ਹਾਂ, ਦਰਵਾਜ਼ਾ ਖੁੱਲ੍ਹਾ ਹੈ, ਅੰਦਰ ਆ ਜਾਓ। ਮੈਂ ਅੰਦਰ ਜਾ ਕੇ ਰਸੋਈ ਵਿੱਚ ਸਮਾਨ ਰੱਖ ਦਿੱਤਾ ਤੇ ਕਿਹਾ ਆਂਟੀ ਮੈਂ ਚੀਜ਼ਾਂ ਰੱਖ ਦਿੱਤੀਆਂ ਹਨ, ਮੈਂ ਜਾ ਰਿਹਾ ਹਾਂ। ਆਂਟੀ ਨੇ ਕਿਹਾ ਸੁਣੋ ਸਨੀ, ਮੈਂ ਤੋਲੀਆ ਲਿਆਉਣਾ ਭੁੱਲ ਗਈ ਹਾਂ, ਕਿਰਪਾ ਕਰਕੇ ਤੁਸੀਂ ਦੇ ਦੇਵੋਗੇ? ਬੈੱਡਰੂਮ ਵਿੱਚ ਹੈ। ਮੈਂ ਕਿਹਾ ਠੀਕ ਹੈ ਆਂਟੀ ਮੈਂ ਦਿੰਦਾ ਹਾਂ। ਜਦੋਂ ਮੈਂ ਬੈੱਡਰੂਮ ਵਿੱਚ ਗਿਆ ਤਾਂ ਦੇਖਿਆ ਕਿ ਉਸਦੇ ਬੈੱਡ ਤੇ ਇੱਕ ਆਰ-ਪਾਰ ਦਿਸਣ ਵਾਲੀ ਨਾਈਟ ਸੂਟ ਅਤੇ ਅੰਬਾਂ ਨੂੰ ਢੱਕਣ ਵਾਲੀ ਝੋਲੀ ਯਾਨੀ ਬਰਾ ਪਈ ਸੀ। ਮੈਂ ਅੰਬ ਦੀ ਝੋਲੀ ਨੂੰ ਛੂਹਿਆ, ਫਿਰ ਤੋਲੀਆ ਲਿਆ ਤੇ ਆਂਟੀ ਨੂੰ ਦਿੱਤਾ ਤੇ ਕਿਹਾ ਮੈਂ ਜਾ ਰਿਹਾ ਹਾਂ। ਉਸਨੇ ਕਿਹਾ ਕਿ ਨਾਸ਼ਤਾ ਤਿਆਰ ਹੈ, ਬੈਠ ਜਾਓ, ਖਾ ਕੇ ਹੀ ਜਾਇਓ। ਮੈਂ ਕਿਹਾ ਕਿ ਮੈਂ ਅਜੇ ਤੱਕ ਇਸ਼ਨਾਨ ਨਹੀਂ ਕੀਤਾ। ਉਸਨੇ ਕਿਹਾ ਕਿ ਇੱਥੇ ਹੀ ਇਸ਼ਨਾਨ ਕਰ ਲਿਓ। ਮੈਂ ਕਿਹਾ ਮੈਂ ਕੱਪੜੇ ਨਹੀਂ ਲਿਆਇਆ। ਉਹ ਹੱਸ ਕੇ ਬੋਲੀ ਕੱਪੜੇ ਜਾ ਕੇ ਲੈ ਆਓ ਨਾ। ਮੈਂ ਕਿਹਾ ਮੈਂ ਆਪਣੇ ਕਮਰੇ ਵਿੱਚ ਹੀ ਨਹਾ ਲਵਾਂਗਾ। ਉਸਨੇ ਕਿਹਾ ਕੀ ਇਹ ਤੁਹਾਡਾ ਘਰ ਨਹੀਂ ਹੈ? ਮੈਂ ਕਿਹਾ ਅਜਿਹੀ ਕੋਈ ਗੱਲ ਨਹੀਂ ਹੈ ਆਂਟੀ। ਆਂਟੀ ਨੇ ਕਿਹਾ ਜਾਓ ਕੱਪੜੇ ਲਿਆ ਕੇ ਜਲਦੀ ਨਹਾ ਲੈ, ਮੈਨੂੰ ਭੁੱਖ ਬਹੁਤ ਲੱਗੀ ਹੈ। ਮੈਂ ਆਪਣੇ ਕਮਰੇ ਵਿੱਚ ਆ ਗਿਆ, ਕੱਪੜੇ ਲਏ ਅਤੇ ਜਦੋਂ ਮੈਂ ਉਸਦੇ ਦਰਵਾਜ਼ੇ ਦੇ ਨੇੜੇ ਆਇਆ ਤਾਂ ਮੈਂ ਆਂਟੀ ਨੂੰ ਉਹੀ ਨਾਈਟ ਸੂਟ ਵਿੱਚ ਦੇਖਿਆ ਤਾਂ ਮੇਰੇ ਹੋਸ਼ ਉੱਡ ਗਏ। ਆਂਟੀ ਬਹੁਤ ਖੂਬਸੂਰਤ ਲੱਗ ਰਹੀ ਸੀ। ਉਸਦੀ ਨਾਈਟੀ ਤੋਂ ਸਭ ਕੁਝ ਦਿਖਾਈ ਦੇ ਰਿਹਾ ਸੀ। ਅੰਬਾਂ ਵਾਲਾ ਲਾਲ ਥੈਲਾ, ਉਹਨਾਂ ਦਾ ਗੋਰਾ ਰੰਗ, ਆਹ ਮੇਰਾ ਮੂਡ ਬਣ ਗਿਆ ਤੇ ਪੂਰਾ ਨਜ਼ਾਰਾ ਆ ਗਿਆ। ਉਸਦੇ ਗਿੱਲੇ ਵਾਲਾਂ ਨੂੰ ਦੇਖ ਕੇ ਮੇਰਾ ਨਾਗਰਾਜ ਪਜਾਮੇ ਵਿੱਚ ਹੀ ਉੱਡਣ ਲੱਗਾ ਤੇ ਝੂਟੇ ਮਾਰਨ ਲੱਗਾ। ਉਸਨੇ ਮੇਰੇ ਵੱਲ ਦੇਖਿਆ ਤੇ ਕਿਹਾ ਤੁਸੀਂ ਕੀ ਦੇਖ ਰਹੇ ਹੋ, ਜਲਦੀ ਕਰੋ ਅਤੇ ਨਹਾ ਲਵੋ, ਮੈਨੂੰ ਭੁੱਖ ਲੱਗੀ ਹੈ। ਮੈਂ ਬਾਥਰੂਮ ਵਿੱਚ ਦਾਖਲ ਹੋਇਆ ਤੇ ਦਰਵਾਜ਼ਾ ਬੰਦ ਕਰ ਦਿੱਤਾ। ਜਲਦੀ ਨਾਲ ਕੱਪੜੇ ਉਤਾਰ ਦਿੱਤੇ, ਸ਼ਾਵਰ ਚਾਲੂ ਕੀਤਾ ਤੇ ਸ਼ਾਵਰ ਲੈਣ ਲੱਗ ਪਿਆ। ਆਂਟੀ ਦਾ ਰੂਪ ਮੇਰੀਆਂ ਅੱਖਾਂ ਵਿੱਚ ਆ ਗਿਆ, ਜਿਸ ਕਾਰਨ ਮੈਂ ਆਪਣੇ ਨਾਗਰਾਜ ਨੂੰ ਆਪਣੇ ਹੱਥਾਂ ਨਾਲ ਮਲਣ ਲੱਗ ਪਿਆ। ਉਹਦੇ ਬਾਰੇ ਸੋਚ ਕੇ ਮੈਂ ਨਾਗਰਾਜ ਨੂੰ ਮਲ ਹੀ ਰਿਹਾ ਸੀ ਕਿ ਉਦੋਂ ਹੀ ਮੈਂ ਦੇਖਿਆ ਕਿ ਆਂਟੀ ਦੀ ਗਿੱਲੀ ਡਬਲ ਰੋਟੀ ਵਾਲੀ ਥੈਲੀ ਸਾਹਮਣੇ ਪਈ ਸੀ। ਫਿਰ ਕੀ ਮੈਂ ਉਹ ਲਾਲ ਕੱਚੀ ਨਾਗਰਾਜ ਤੇ ਰੱਖੀ ਅਤੇ ਨਾਗਰਾਜ ਨੂੰ ਉਹਦਾ ਨਾਮ ਲੈ ਕੇ ਮਲਣ ਲੱਗਾ। ਥੋੜੀ ਦੇਰ ਬਾਅਦ ਮਾਸੀ ਨੇ ਬੁਲਾਇਆ, ਅੱਜ ਨਹਾਏਗਾ ਜਾਂ ਨਹੀਂ? ਮੈਨੂੰ ਹੋਸ਼ ਆ ਗਈ ਅਤੇ ਜਲਦੀ ਨਾਲ ਨਹਾ ਲਿਆ ਤੇ ਬਾਹਰ ਆ ਗਿਆ। ਮੇਰੇ ਨਾਗਰਾਜ ਨੇ ਜ਼ਹਿਰੀਲਾ ਪਦਾਰਥ ਛੱਡ ਦਿੱਤਾ ਸੀ। ਕਾਹਲੀ ਵਿੱਚ ਮੈਂ ਅੰਬ ਦੀ ਥੈਲੀ ਨਾਲੋਂ ਆਪਣੇ ਨਾਗਰਾਜ ਦੇ ਜ਼ਹਿਰ ਨੂੰ ਧੋਣਾ ਭੁੱਲ ਗਿਆ ਸੀ। ਫਿਰ ਅਸੀਂ ਦੋਹਾਂ ਨੇ ਨਾਸ਼ਤਾ ਕੀਤਾ। ਮੈਂ ਅੱਖਾਂ ਝੁਕਾ ਕੇ ਖਾਣਾ ਖਾ ਰਿਹਾ ਸੀ ਤਾਂ ਉਦੋਂ ਹੀ ਆਂਟੀ ਨੇ ਪੁੱਛਿਆ ਕੀ ਹੋਇਆ? ਮੈਂ ਉਸ ਵੱਲ ਦੇਖਿਆ ਤੇ ਕਿਹਾ ਕੁਛ ਨਹੀਂ। ਮੇਰੀ ਨਜ਼ਰ ਅੰਬਾਂ ਦੇ ਥੈਲੇ ਤੇ ਸੀ। ਆਂਟੀ ਨੇ ਦੇਖਿਆ ਤੇ ਸਮਝ ਗਈ। ਉਸਨੇ
ਕਿਹਾ ਮੇਰੀ ਨਾਈਟੀ ਕਰਕੇ ਤੁਸੀਂ ਉੱਪਰ ਨਹੀਂ ਦੇਖ ਰਹੇ, ਮੈਨੂੰ ਪਤਾ ਹੈ ਸਨੀ, ਕੀ ਦੱਸਾਂ, ਇੱਕ ਤਾਂ ਬਹੁਤ ਗਰਮੀ ਹੈ ਅਤੇ ਉੱਪਰੋਂ ਸਾਰੇ ਕੱਪੜੇ ਵੀ ਧੋ ਲਏ ਹਨ। ਹੁਣ ਮੈਂ ਇਹ ਸਭ ਆਪਣੇ ਬੇਟੇ ਦੇ ਸਾਹਮਣੇ ਨਹੀਂ ਪਹਿਨ ਸਕਦੀ, ਇਸ ਲਈ ਮੈਂ ਸੋਚਿਆ ਕਿ ਮੈਂ ਇਸ ਨੂੰ ਅੱਜ ਹੀ ਪਹਿਨ ਲਵਾਂ, ਪਰ ਮੈਂ ਸਮਝਦੀ ਹਾਂ ਕਿ ਤੁਹਾਨੂੰ ਇਹ ਪਸੰਦ ਨਹੀਂ ਆਇਆ। ਆਈ ਥਿੰਕ ਮੈਂ ਹੁਣੇ ਜਾ ਕੇ ਬਦਲ ਲੈਂਦੀ ਹਾਂ। ਜਦੋਂ ਉਹ ਉੱਠਣ ਲੱਗੀ ਤਾਂ ਮੈਂ ਕਿਹਾ ਉਹ ਨਹੀਂ, ਇਹੀ ਠੀਕ ਹੈ। ਹਾਂ ਅਸਲ ਵਿੱਚ ਗਰਮੀ ਵੀ ਬਹੁਤ ਹੈ, ਪਰ ਮੈਂ ਤੁਹਾਨੂੰ ਇਸ ਤਰ੍ਹਾਂ ਕਦੇ ਨਹੀਂ ਦੇਖਿਆ ਸੀ, ਇਸ ਲਈ ਮੈਂ ਥੋੜੀ ਜਿਹੀ ਸ਼ਰਮ ਮਹਿਸੂਸ ਕਰ ਰਿਹਾ ਸੀ। ਇਹ ਸੁਣ ਕੇ ਮਾਸੀ ਹੱਸਣ ਲੱਗ ਪਈ ਅਤੇ ਕਹਿਣ ਲੱਗੀ ਕਿ ਮੁੰਡੇ ਵੀ ਸ਼ਰਮ ਮਹਿਸੂਸ ਕਰਦੇ ਹਨ। ਮੈਂ ਬਸ ਮੁਸਕਰਾਉਂਦਾ ਰਿਹਾ। ਫਿਰ ਆਂਟੀ ਨੇ ਕਿਹਾ ਠੀਕ ਹੈ, ਮੈਂ ਕੁਝ ਹੋਰ ਪਾਵਾਂਗੀ ਤਾਂ ਜੋ ਤੁਹਾਨੂੰ ਅਜੀਬ ਮਹਿਸੂਸ ਨਾ ਹੋਵੇ। ਮੈਂ ਕਿਹਾ ਉਹ ਨਹੀਂ ਆਂਟੀ, ਤੁਸੀਂ ਇਸ ਨੂੰ ਪਹਿਨਦੇ ਰਹੋ, ਕੋਈ ਸਮੱਸਿਆ ਨਹੀਂ ਹੈ। ਫਿਰ ਅਸੀਂ ਦੋਹਾਂ ਨੇ ਨਾਸ਼ਤਾ ਕੀਤਾ। ਮੈਂ ਆਪਣੇ ਕਮਰੇ ਵਿੱਚ ਆ ਗਿਆ। ਮੰਜੇ ਤੇ ਲੇਟ ਕੇ ਮੈਂ ਆਂਟੀ ਦੇ ਝੋਲੇ ਵਿੱਚ ਭਰੇ ਅੰਬ ਅਤੇ ਤਰਬੂਜ ਨੂੰ ਯਾਦ ਕਰਦੇ ਹੋਏ ਪਟਾਰੇ ਵਿੱਚੋਂ ਨਾਗਰਾਜ ਨੂੰ ਮਲਣ ਲੱਗ ਪਿਆ। ਕੁਝ ਦੇਰ ਬਾਅਦ ਮੈਨੂੰ ਨੀਂਦ ਆ ਗਈ। ਦੁਪਹਿਰ ਨੂੰ ਆਂਟੀ ਨੇ ਮੈਨੂੰ ਫੋਨ ਤੇ ਬੁਲਾਇਆ, ਖਾਣਾ ਤਿਆਰ ਹੈ, ਆ ਜਾਓ। ਮੈਂ ਖਾਣ ਲਈ ਆ ਗਿਆ। ਮੈਂ ਫਿਰ ਉਹਨਾਂ ਦੇ ਉੱਪਰ ਤੋਂ ਹੇਠਾਂ ਤੱਕ ਪੂਰੀ ਤਰ੍ਹਾਂ ਦੇਖਿਆ। ਉਹ ਮੇਰੇ ਵੱਲ ਦੇਖ ਕੇ ਮੁਸਕਰਾਈ ਅਤੇ ਅਸੀਂ ਦੋਹਾਂ ਨੇ ਖਾਣਾ ਖਾ ਲਿਆ। ਉਸ ਸਮੇਂ ਮੇਰੀ ਆਂਟੀ ਨਾਲ ਕੋਈ ਗੱਲ ਨਹੀਂ ਹੋਈ ਅਤੇ ਆਂਟੀ ਨੇ ਵੀ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਅਤੇ ਮੈਨੂੰ ਆਪਣੀ ਜਵਾਨੀ ਦਿਖਾਉਂਦੀ ਰਹੀ। ਕਦੇ ਉਹ ਕੋਢੀ ਹੋ ਕੇ ਮੈਨੂੰ ਆਪਣੀ ਘੁੰਡ ਬੁੰਡ ਦਿਖਾਉਂਦੀ ਰਹੀ, ਕਦੇ ਉਹ ਮੁੜ ਕੇ ਮੈਨੂੰ ਆਪਣੇ ਤਰਬੂਜ ਦੀ ਸੁੰਦਰਤਾ ਦਿਖਾਉਂਦੀ। ਮੇਰੀ ਹਾਲਤ ਖਰਾਬ ਸੀ। ਫਿਰ ਮੈਂ ਆਪਣੇ ਕਮਰੇ ਵਿੱਚ ਆ ਗਿਆ। ਸ਼ਾਮ ਨੂੰ ਆਂਟੀ ਨੇ ਫੋਨ ਕੀਤਾ ਕਿ ਉਸ ਦਾ ਕੁਝ ਸਮਾਨ ਉੱਪਰਲੀ ਮੰਜ਼ਿਲ ਤੋਂ ਉਤਾਰਨਾ ਹੈ ਅਤੇ ਬੈੱਡ ਥੋੜਾ ਜਿਹਾ ਪਾਸੇ ਕਰਨਾ ਹੈ। ਉਸ ਦੀਆਂ ਕੁਝ ਚੀਜ਼ਾਂ ਬੈੱਡ ਦੇ ਹੇਠਾਂ ਜਾ ਚੁੱਕੀਆਂ ਹਨ। ਮੈਂ ਗਿਆ, ਪਹਿਲਾਂ ਫਰਸ਼ ਤੇ ਪਈ ਅਲਮਾਰੀ 'ਚੋਂ ਸਮਾਨ ਕੱਢਿਆ, ਫਿਰ ਬੈੱਡ ਸਾਈਡ ਤੇ ਲਿਜਾਣ ਲੱਗਾ। ਬੈੱਡ ਬਹੁਤ ਭਾਰਾ ਸੀ, ਪਾਸੇ ਤੋਂ ਹਿੱਲ ਨਹੀਂ ਰਿਹਾ ਸੀ। ਆਂਟੀ ਨੇ ਕਿਹਾ ਠਹਿਰੋ, ਮੈਂ ਵੀ ਆਪਣੀ ਤਾਕਤ ਦਾ ਇਸਤੇਮਾਲ ਕਰਦੀ ਹਾਂ। ਫਿਰ ਆਂਟੀ ਨੇ ਵੀ ਮੇਰੇ ਨਾਲ ਜ਼ੋਰ ਲਾਉਣਾ ਸ਼ੁਰੂ ਕਰ ਦਿੱਤਾ। ਫਿਰ ਵੀ ਬੈੱਡ ਪਾਸੇ ਨਹੀਂ ਹੋਇਆ ਤਾਂ ਆਂਟੀ ਨੇ ਕਿਹਾ ਸੁਣੋ ਸਨੀ, ਜੇ ਤੂੰ ਬੈੱਡ ਦਾ ਕੋਨਾ ਸਾਈਡ ਤੇ ਲੈ ਜਾਵੇਂਗਾ ਤਾਂ ਮੇਰਾ ਇੰਨੇ 'ਚ ਹੀ ਕੰਮ ਹੋ ਜਾਵੇਗਾ। ਮੈਂ ਦੁਬਾਰਾ ਕੋਸ਼ਿਸ਼ ਕੀਤੀ ਪਰ ਅਜਿਹਾ ਨਹੀਂ ਹੋਇਆ। ਆਂਟੀ ਨੇ ਕਿਹਾ ਤੂੰ ਅੱਗੇ ਤੋਂ ਧੱਕਾ ਦੇ, ਮੈਂ ਤੈਨੂੰ ਪਿੱਛੇ ਤੋਂ ਫੜ ਕੇ ਧੱਕਾ ਦੇਵਾਂਗੀ। ਆਂਟੀ ਨੇ ਪਹਿਲਾਂ ਮੇਰੀ ਕਮਰ ਫੜੀ ਅਤੇ ਧੱਕਾ ਦਿੱਤਾ ਪਰ ਅਜਿਹਾ ਨਹੀਂ ਹੋਇਆ। ਫਿਰ ਉਸਨੇ ਮੈਨੂੰ ਪਿੱਛੇ ਤੋਂ ਕੱਸ ਕੇ ਫੜ ਲਿਆ। ਇਸ ਨੂੰ ਇੱਕ ਤੰਗ ਜੱਫੀ ਸਮਝੋ। ਇਸ ਕਾਰਨ ਉਹਨਾਂ ਦੇ ਥੈਲੇ ਵਿਚਲੇ ਫਲਫੀ ਜਿਹੇ ਅੰਬ ਮੇਰੀ ਪਿੱਠ ਤੇ ਡਿੱਗ ਰਹੇ ਸਨ। ਉਹ ਮੈਨੂੰ ਧੱਕਾ ਦੇ ਰਹੀ ਸੀ ਤਾਂ ਉਸਦੀ ਡਬਲ ਰੋਟੀ ਵਾਲਾ ਹਿੱਸਾ ਵੀ ਮੇਰੇ ਨਾਲ ਲੱਗ ਰਿਹਾ ਸੀ। ਮੈਂ ਆਂਟੀ ਨੂੰ ਮਹਿਸੂਸ ਕਰਦਾ ਰਿਹਾ। ਦੂਜੇ ਪਾਸੇ ਬੈੱਡ ਨੂੰ ਕੋਈ ਅਸਰ ਨਹੀਂ ਹੋਇਆ। ਹੁਣ ਆਂਟੀ ਨੇ ਕਿਹਾ ਤੁਸੀਂ ਹਟੋ, ਮੈਂ ਅੱਗੇ ਆਵਾਂਗੀ, ਤੁਸੀਂ ਮੈਨੂੰ ਪਿੱਛੇ ਤੋਂ ਧੱਕਾ ਦੇਣਾ। ਮੈਂ ਵੀ ਅਜਿਹਾ ਹੀ ਕੀਤਾ। ਜੇ ਮੈਂ ਉਸਦੀ ਕਮਰ ਫੜੀ ਤਾਂ ਵੀ ਅਜਿਹਾ ਨਹੀਂ ਹੋਇਆ। ਆਂਟੀ ਨੇ ਕਿਹਾ ਹਾਈ, ਜਿਸ ਤਰ੍ਹਾਂ ਮੈਂ ਤੁਹਾਨੂੰ ਫੜਿਆ ਸੀ ਉਵੇਂ ਫੜੋ। ਮੇਰਾ ਹੱਥ ਫੜ ਕੇ ਮੈਨੂੰ ਪਿੱਛੋਂ ਪੂਰੀ ਤਰ੍ਹਾਂ ਜੱਫੀ ਪਾ ਲਓ, ਜਿਸ ਕਾਰਨ ਸ਼ਾਇਦ ਬੈੱਡ ਹਿੱਲ ਜਾਵੇਗਾ। ਮੈਂ ਵੀ ਆਂਟੀ ਨੂੰ ਕੁੱਤੇ ਦੀ ਪੋਜੀਸ਼ਨ ਵਿੱਚ ਫੜ ਲਿਆ ਤੇ ਉਸਨੂੰ ਧੱਕਾ ਦੇਣਾ ਸ਼ੁਰੂ ਕਰ ਦਿੱਤਾ ਤੇ ਨਾਗਰਾਜ ਨੂੰ ਉਸਦੀ ਛੋਟੀ ਗੁਫਾ ਵਿੱਚ ਅੜਾ ਕੇ ਜ਼ੋਰ ਲਗਾਉਣ ਲੱਗਾ। ਮੇਰਾ ਪਟਾਰੇ ਵਾਲਾ ਨਾਗਰਾਜ ਉਸਦੀ ਗੁਫਾ ਵਿੱਚ ਪੂਰੀ ਤਰ੍ਹਾਂ ਵੜ ਗਿਆ ਅਤੇ ਮੇਰੇ ਦੋਵੇਂ ਹੱਥ ਉਸਦੇ ਅੰਬਾਂ ਦੇ ਥੈਲੇ ਤੇ ਜੰਮ ਗਏ। ਮੈਂ ਆਂਟੀ ਨੂੰ ਨਾਗਰਾਜ ਅਤੇ ਗੁਫਾ ਵਾਲਾ ਆਸਣ ਤਰ੍ਹਾਂ ਕੱਸੇ ਮਾਰ ਰਿਹਾ ਸੀ, ਜਿਸ ਕਾਰਨ ਮੇਰਾ ਨਾਗਰਾਜ ਉਸਦੀ ਛੋਟੀ ਗੁਫਾ ਵਿੱਚ ਵੜਦਾ ਜਾ ਰਿਹਾ ਸੀ। ਆਂਟੀ ਵੀ ਸਭ ਕੁਝ ਸਮਝ ਰਹੀ ਸੀ ਪਰ ਉਹ ਮੁਸਕਰਾਹਟ ਹੀ ਦੇ ਰਹੀ ਸੀ। ਫਿਰ ਮੈਂ ਜ਼ੋਰ ਨਾਲ ਕੱਸਾ ਮਾਰਿਆ ਤੇ ਅਚਾਨਕ ਬੈੱਡ ਅੱਗੇ ਹੋ ਗਿਆ। ਉਸੇ ਵੇਲੇ ਆਂਟੀ ਦੇ ਮੂੰਹੋਂ ਚੀਕ ਨਿਕਲੀ, ਆਹ ਆਰਾਮ ਨਾਲ। ਮੈਂ ਕਿਹਾ ਲਓ ਤੁਹਾਡਾ ਕੰਮ ਹੋ ਗਿਆ। ਆਂਟੀ ਨੇ ਵੀ ਕਿਹਾ ਹਾਂ, ਪਰ ਹੁਣ ਦੇਖਦੀਆਂ ਕਿ ਕੰਮ ਠੀਕ ਹੋਇਆ ਜਾਂ ਨਹੀਂ। ਫਿਰ ਆਂਟੀ ਨੇ ਮੰਜੇ ਦੇ ਹੇਠਾਂ ਝੁੱਕ ਕੇ ਚੀਜ਼ਾਂ ਲੱਭਣ ਲੱਗੀ। ਵੱਡੀਆਂ ਵੱਡੀਆਂ ਡਬਲ ਰੋਟੀਆਂ ਵਾਲੇ ਉਸਦੇ ਗੁਲਾਬੀ ਬੈਗ ਵਿੱਚ ਫਸਿਆ ਚਗਾਠਾ ਮੇਰੇ ਸਾਹਮਣੇ ਸੀ। ਮੇਰੀ ਹਾਲਤ ਬੁਰੀ ਸੀ। ਜਿਵੇਂ ਹੀ ਹੋਟ ਆਂਟੀ ਉੱਠੀ, ਉਸਦੇ ਤਰਬੂਜ ਨੇ ਮੇਰੇ ਨਾਗਰਾਜ ਨੂੰ ਛੂ ਲਿਆ ਜੋ ਮੇਰੇ ਪਟਾਰੇ ਵਿੱਚ ਸੀ। ਉਸਨੇ ਪਿੱਛੇ ਮੁੜ ਕੇ ਮੁਸਕਰਾਹਟ ਦਿੱਤੀ। ਆਂਟੀ ਨੇ ਕਿਹਾ ਚਲੋ ਹੁਣ ਬੈੱਡ ਨੂੰ ਵਾਪਸ ਸਹੀ ਲਗਾ ਦਿਓ। ਮੈਂ ਇਕੱਲੇ ਨੇ ਕੋਸ਼ਿਸ਼ ਕੀਤੀ ਪਰ ਬੈੱਡ ਸਹੀ ਤਰ੍ਹਾਂ ਫਿੱਟ ਨਹੀਂ ਹੋਇਆ। ਮੈਂ ਕੋਸ਼ਿਸ਼ ਕਰ ਰਿਹਾ ਸੀ ਕਿ ਆਂਟੀ ਕਮਰੇ ਵਿੱਚ ਵਾਪਸ ਆ ਗਈ। ਉਸਨੇ ਮੈਨੂੰ ਪਿੱਛੇ ਤੋਂ ਫੜਿਆ ਤੇ ਕਿਹਾ ਰੁਕੋ, ਮੈਂ ਮਦਦ ਕਰਾਂਗੀ। ਉਹ ਮੈਨੂੰ ਰਗੜ ਕੇ ਧੱਕਦੀ ਰਹੀ ਪਰ ਬੈੱਡ ਨੂੰ ਕੋਈ ਅਸਰ ਨਹੀਂ ਹੋ ਰਿਹਾ ਸੀ। ਆਂਟੀ ਨੇ ਕਿਹਾ ਮੈਨੂੰ ਅੱਗੇ ਆਉਣ ਦਿਓ, ਤੁਸੀਂ ਮੈਨੂੰ ਪਹਿਲਾਂ ਵਾਂਗ ਫੜ ਕੇ ਧੱਕਾ ਮਾਰੋ। ਮੈਂ ਹੈਰਾਨ ਹੋ ਗਿਆ ਸੀ। ਮੈਂ ਵੀ ਅਜਿਹਾ ਹੀ ਕੀਤਾ ਤੇ ਮਾਸੀ ਨੂੰ ਖਿੱਚਣ ਲੱਗ ਪਿਆ ਪਰ ਬੈੱਡ ਟਸ ਤੋਂ ਮਸ ਨਹੀਂ ਹੋ ਰਿਹਾ ਸੀ। ਆਂਟੀ ਨੇ ਕਿਹਾ ਝਟਕੇ ਨਾਲ ਕਰ। ਜਦੋਂ ਮੈਂ ਧੱਕਾ ਮਾਰਨ ਲੱਗਾ ਤਾਂ ਮੇਰਾ ਖੜਾ ਨਾਗਰਾਜ ਮਾਸੀ ਦੇ ਪਿਛਲੀ ਗੁਫਾ ਅੰਦਰ ਵੜ ਰਿਹਾ ਸੀ ਅਤੇ ਕਦੇ ਬਾਹਰ ਆ ਰਿਹਾ ਸੀ। ਮੇਰੇ ਇੱਕ ਹੱਥ ਉਹਨਾਂ ਦੇ ਅੰਬ ਤੇ ਇੱਕ ਥੈਲੇ ਤੇ ਸੀ ਅਤੇ ਦੂਜਾ ਉਹਨਾਂ ਦੀ ਜ਼ਮੀਨ ਨੂੰ ਦਬਾ ਰਿਹਾ ਸੀ। ਆਂਟੀ ਨੇ ਕਿਹਾ ਦੋਵੇਂ ਹੱਥ ਉੱਪਰ ਰੱਖੋ, ਜ਼ਮੀਨ ਤੇ ਨਹੀਂ। ਮੈਂ ਅੰਬਾਂ ਦੇ ਦੋਵੇਂ ਥੈਲੇ ਫੜ ਲਏ ਤੇ ਨਾਗਰਾਜ ਨਾਲ ਪਿੱਛੇ ਤੋਂ ਧੱਕਾ ਦੇ ਕੇ ਸਵਾਦ ਲੈ ਰਿਹਾ ਸੀ। ਫਿਰ ਅਚਾਨਕ ਬੈੱਡ ਠੀਕ ਹੋ ਗਿਆ ਤੇ ਮੈਂ ਵਾਪਸ ਜਾ ਕੇ ਕੰਧ ਨਾਲ ਟਕਰਾ ਗਿਆ। ਆਂਟੀ ਮੇਰੇ ਉੱਤੇ ਡਿੱਗ ਪਈ ਅਤੇ ਉਸਦੀ ਪਿੱਠ ਤੇ ਲੱਤ ਵਿੱਚ ਸੱਟ ਲੱਗ ਗਈ ਤਾਂ ਆਂਟੀ ਦਰਦ ਨਾਲ ਚੀਕਣ ਲੱਗੀ। ਮੇਰੀ ਪਿੱਠ ਤੇ ਵੀ ਸੱਟ ਲੱਗੀ ਸੀ। ਆਂਟੀ ਨੇ ਪੁੱਛਿਆ ਕਿ ਸਨੀ ਤੈਨੂੰ ਸੱਟ ਤਾਂ ਨਹੀਂ ਲੱਗੀ? ਮੈਂ ਕਿਹਾ ਬਹੁਤੀ ਨਹੀਂ, ਕਮਰ ਵਿੱਚ ਹਲਕਾ ਦਰਦ ਹੈ। ਅਸੀਂ ਦੋਵੇਂ ਕਿਸੇ ਤਰ੍ਹਾਂ ਉੱਠ ਗਏ। ਆਂਟੀ ਨੇ ਕਿਹਾ ਮਾਫ ਕਰਨਾ, ਤੁਹਾਨੂੰ ਮੇਰੇ ਕਰਕੇ ਦੁੱਖ ਝੱਲਣਾ ਪਿਆ। ਮੈਂ ਕਿਹਾ ਕੋਈ ਗੱਲ ਨਹੀਂ ਆਂਟੀ,
ਫਿਰ ਮੈਂ ਆਂਟੀ ਨੂੰ ਸਹਾਰਾ ਦੇ ਕੇ ਮੰਜੇ ਤੇ ਬਿਠਾਇਆ ਤੇ ਆਪ ਵੀ ਬੈਠ ਗਿਆ। ਆਂਟੀ ਨੇ ਕਿਹਾ ਮੇਰੀ ਪਿੱਠ ਅਤੇ ਲੱਤਾਂ ਵਿੱਚ ਦਰਦ ਹੋ ਰਿਹਾ ਏ। ਮੈਂ ਕਿਹਾ ਤੁਸੀਂ ਆਇਓਡੈਕਸ ਲਗਾਓ। ਉਸਨੇ ਕਿਹਾ ਉਹ ਮੇਰੇ ਕੋਲ ਬਿਲਕੁਲ ਨਹੀਂ ਹੈ। ਮੈਂ ਕਿਹਾ ਕੋਈ ਦਰਦ ਦੀ ਗੋਲੀ ਹੋਵੇ ਤਾਂ ਖਾ ਲਵੋ, ਉਹ ਵੀ ਨਹੀਂ ਹੈ। ਮੈਂ ਕਿਹਾ ਮੈਂ ਆਪਣੇ ਕਮਰੇ ਵਿੱਚ ਜਾ ਕੇ ਦੇਖਦਾ। ਉਸਨੇ ਕਿਹਾ ਹਾਂ ਜਲਦੀ ਜਾਓ, ਦਰਦ ਬਹੁਤ ਹੋ ਰਿਹਾ ਹੈ। ਮੈਂ ਕਿਸੇ ਤਰ੍ਹਾਂ ਆਪਣੇ ਕਮਰੇ ਵਿੱਚ ਗਿਆ, ਪਰ ਮੇਰੇ ਕਮਰੇ ਵਿੱਚ ਵੀ ਕੋਈ ਦਵਾਈ ਨਹੀਂ ਸੀ। ਮੈਂ ਵਾਪਸ ਆ ਕੇ ਕਿਹਾ ਆਂਟੀ ਕੋਈ ਦਵਾਈ ਨਹੀਂ ਹੈ। ਉਸਨੇ ਕਿਹਾ ਹੁਣ ਕੀ ਕਰੀਏ? ਮੈਂ ਕਿਹਾ ਇੱਕੋ ਹੱਲ ਹੈ। ਆਂਟੀ ਨੇ ਕਿਹਾ ਕੀ ਹੈ ਦੱਸੋ? ਮੈਂ ਕਿਹਾ ਗਰਮ ਤੇਲ ਨਾਲ ਮਾਲਿਸ਼ ਕਰੋ। ਆਂਟੀ ਨੇ ਮੇਰੇ ਵੱਲ ਪਿਆਰ ਨਾਲ ਦੇਖਿਆ। ਆਂਟੀ ਨੇ ਕਿਹਾ ਇਹ ਠੀਕ ਹੈ, ਪਰ ਮੈਂ ਨਹੀਂ ਕਰ ਸਕਾਂਗੀ। ਕੀ ਤੁਸੀਂ ਮਸਾਜ ਕਰੋਗੇ? ਕਿਰਪਾ ਕਰਕੇ ਮੈਂ ਤੁਹਾਡੀ ਵੀ ਕਰਾਂਗਾ। ਮੈਂ ਕਿਹਾ ਠੀਕ ਹੈ, ਤੇਲ ਕਿੱਥੇ ਹੈ? ਮੈਂ ਇਸ ਨੂੰ ਗਰਮ ਕਰਕੇ ਲਿਆਉਣਾ। ਉਸਨੇ ਕਿਹਾ ਰਸੋਈ ਵਿੱਚ ਹੈ। ਮੈਂ ਜਾ ਕੇ ਤੇਲ ਗਰਮ ਕੀਤਾ, ਫਿਰ ਲਿਆਇਆ ਤੇ ਕਿਹਾ ਕਿ ਦੱਸੋ ਕਿੱਥੇ ਮਾਲਿਸ਼ ਕਰਾਂ? ਆਂਟੀ ਨੇ ਇਸ਼ਾਰਾ ਕਰਕੇ ਦੱਸਿਆ। ਮੈਂ ਕਿਹਾ ਤੁਸੀਂ ਲੇਟ ਜਾਓ। ਆਂਟੀ ਲੇਟ ਗਈ। ਫਿਰ ਮੈਂ ਕਿਹਾ ਨਾਈਟੀ ਉੱਪਰ ਕਰਨੀ ਪਵੇਗੀ। ਉਸਨੇ ਕਿਹਾ ਤੁਸੀਂ ਹੀ ਕਰ ਦਿਓ ਕਿਰਪਾ ਕਰਕੇ। ਮੈਂ ਉਸਦੀ ਨਾਈਟੀ ਨੂੰ ਉੱਪਰ ਕਰ ਦਿੱਤਾ। ਉਸਦੇ ਮੱਖਣ ਤੇ ਪੈਰ ਕਪਾਹ ਵਰਗੇ ਨਰਮ ਸਨ। ਪਹਿਲਾਂ ਉਸ ਨੂੰ ਛੂਹਣ ਨਾਲ ਬਹੁਤ ਦਰਦ ਹੁੰਦਾ ਸੀ, ਹੌਲੀ ਹੌਲੀ ਉਸ ਨੂੰ ਰਾਹਤ ਮਿਲਣ ਲੱਗੀ। ਆਂਟੀ ਨੇ ਕਿਹਾ ਸਨੀ ਤੇਰੇ ਹੱਥਾਂ ਵਿੱਚ ਜਾਦੂ ਹੈ। ਜਦੋਂ ਮੈਂ ਉਸਦੇ ਦੋਵੇਂ ਪੈਰਾਂ ਦੀ ਮਾਲਿਸ਼ ਕੀਤੀ ਤਾਂ ਆਂਟੀ ਨੇ ਕਿਹਾ ਸਨੀ ਬੇਟਾ ਕਮਰ ਵੀ ਕਰ, ਉੱਥੇ ਵੀ ਸੱਟ ਹੈ। ਮੈਂ ਕਿਹਾ ਠੀਕ ਹੈ, ਮੈਂ ਨਾਈਟੀ ਨੂੰ ਹੋਰ ਉੱਪਰ ਕਰ ਸਕਦਾ, ਕੋਈ ਸਮੱਸਿਆ ਤਾਂ ਨਹੀਂ ਹੈ? ਆਂਟੀ ਨੇ ਕਿਹਾ ਜੋ ਕਰਨਾ ਹੈ ਕਰ। ਮੈਂ ਆਂਟੀ ਦੀ ਨਾਈਟੀ ਹੋਰ ਉੱਪਰ ਕਰ ਦਿੱਤੀ ਅਤੇ ਮਾਲਿਸ਼ ਕਰਨ ਲੱਗਾ। ਉਦੋਂ ਹੀ ਮੈਂ ਦੇਖਿਆ ਕਿ ਆਂਟੀ ਦਾ ਪਿਛਲਾ ਚਗਾਠਾ ਉੱਪਰੋਂ ਬਹੁਤ ਮੋਟਾ ਹੈ। ਮੈਂ ਉਸ ਨੂੰ ਆਪਣੇ ਮੂੰਹ ਨਾਲ ਚੱਟਣ ਵਾਂਗ ਮਹਿਸੂਸ ਕੀਤਾ, ਕਿਉਂਕਿ ਤਰਬੂਜ ਬਹੁਤ ਹੀ ਫੁੱਲੇ ਹੋਏ ਸੀ। ਆਂਟੀ ਨੇ ਕਿਹਾ ਥੋੜੀ ਥੱਲੇ ਵੀ ਮਾਲਿਸ਼ ਕਰ ਦੇ। ਮੈਂ ਕਿਹਾ ਆਂਟੀ ਤੁਹਾਡੀ ਤਰਬੂਜ ਵਾਲੀ ਥੈਲੀ ਨੂੰ ਤੇਲ ਲੱਗ ਜਾਵੇਗਾ। ਉਸਨੇ ਕਿਹਾ ਕਿ ਮੇਰੀ ਲਾਲ ਬਰਾ ਨੂੰ ਥੋੜਾ ਨੀਵਾਂ ਕਰ ਦੇ। ਮੈਂ ਕਿਹਾ ਆਂਟੀ ਜੀ ਮੇਰੇ ਦੋਹਾਂ ਹੱਥਾਂ 'ਚ ਤੇਲ ਹੈ। ਉਸਨੇ ਕਿਹਾ ਠਹਿਰੋ, ਮੈਂ ਆਪ ਹੀ ਤਰਬੂਜ ਦੀ ਥੈਲੀ ਹੇਠਾਂ ਰੱਖ ਦਿੱਤੀ ਹੈ। ਉਸਦਾ ਅੱਧਾ ਬੈਗ ਹੇਠਾਂ ਕਰ ਦਿੱਤਾ ਤੇ ਉਸਦਾ ਅੱਧਾ ਬਹੁਤ ਹੀ ਚਿੱਟਾ ਤੇ ਨਰਮ ਤਰਬੂਜ ਮੇਰੇ ਸਾਹਮਣੇ ਸੀ। ਦੋਸਤੋ ਮੈਂ ਦੱਸ ਨਹੀਂ ਸਕਦਾ ਉਸ ਸਮੇਂ ਮੇਰਾ ਦਿਲ ਕਿੰਨੀ ਤੇਜ਼ੀ ਨਾਲ ਧੜਕ ਰਿਹਾ ਸੀ। ਉਸਦੇ ਗੋਲ ਮਟੋਲ ਚਿੱਟੇ ਮੋਮੇ ਤੇ ਉਹਨਾਂ ਵਿਚਲੀ ਲਾਈਨ ਮੈਨੂੰ ਪਾਗਲ ਕਰ ਰਹੀ ਸੀ। ਆਂਟੀ ਨੇ ਕਿਹਾ ਕੀ ਹੋਇਆ, ਤੁਸੀਂ ਰੁਕ ਕਿਉਂ ਗਏ? ਪਲੀਜ਼ ਹੁਣ ਤੇਲ ਥੋੜਾ ਹੋਰ ਹੇਠਾਂ ਤੱਕ ਲਗਾ ਦਿਓ, ਬਾਅਦ ਵਿੱਚ ਮੈਂ ਤੁਹਾਡੀ ਮਾਲਿਸ਼ ਕਰ ਦਿਆਂਗੀ। ਮੈਂ ਤੇਲ ਲਗਾਉਣਾ ਸ਼ੁਰੂ ਕਰ ਦਿੱਤਾ। ਮੈਂ ਉਸਦੇ ਵਿਚਾਲੇ ਵਾਲੀ ਤਰਬੂਜ ਦੀ ਚੀਰ ਵਿੱਚ ਆਪਣੀ ਉਂਗਲੀ ਪਾਉਣਾ ਜਾਂ ਇਹਨੂੰ ਛੂਹਣ ਦੀ ਹਿੰਮਤ ਨਹੀਂ ਕੀਤੀ। ਫਿਰ ਆਂਟੀ ਨੇ ਕਿਹਾ ਥੋੜਾ ਜਿਹਾ ਥੱਲੇ ਵੀ ਲਗਾ ਦਿਓ। ਮੈਂ ਹੇਠਾਂ ਮਾਲਿਸ਼ ਕੀਤੀ। ਆਂਟੀ ਨੇ ਕਿਹਾ ਜਿੱਥੋਂ ਤੱਕ ਮੈਂ ਤਰਬੂਜ ਦੀ ਥੈਲੀ ਹੇਠਾਂ ਰੱਖੀ ਹੈ ਆਪਣਾ ਹੱਥ ਪਾ ਕੇ ਮਾਲਿਸ਼ ਕਰੋ ਨਾ। ਮੈਨੂੰ ਲੱਗਾ ਜਿਵੇਂ ਮੇਰੀ ਇੱਛਾ ਪੂਰੀ ਹੋ ਰਹੀ ਹੈ। ਮੈਂ ਆਪਣੇ ਹੱਥ ਤੇ ਬਹੁਤ ਜ਼ਿਆਦਾ ਤੇਲ ਲਗਾ ਲਿਆ ਤੇ ਤਰਬੂਜ ਨੂੰ ਛੂਹਣ ਹੀ ਵਾਲਾ ਸੀ ਕਿ ਆਂਟੀ ਨੇ ਕਿਹਾ ਸਨੀ ਪਿਛਲੀ ਗੁਫਾ ਦੀ ਮੋਰੀ ਦੀ ਵੀ ਮਾਲਿਸ਼ ਕਰ ਦਿਓ, ਉੱਥੇ ਵੀ ਸੱਟ ਹੈ। ਮੈਂ ਉਸਦੇ ਮੂੰਹੋਂ ਮੋਰੀ ਸ਼ਬਦ ਸੁਣ ਕੇ ਹੈਰਾਨ ਰਹਿ ਗਿਆ ਤੇ ਪਾਗਲ ਹੋ ਗਿਆ। ਇਹ ਮੋਰੀ ਅਸਲ ਵਿੱਚ ਨਰਮ ਸੀ। ਜਿਵੇਂ ਹੀ ਮੈਂ ਹੱਥ ਲਾਇਆ ਤਾਂ ਆਂਟੀ ਦੇ ਤਰਬੂਜ ਨੇ ਪਾਣੀ ਛੱਡ ਦਿੱਤਾ। ਮੈਨੂੰ ਮਜ਼ਾ ਆ ਰਿਹਾ ਸੀ। ਮੈਂ ਨੇੜੇ ਦੇ ਤਰਬੂਜ ਦੇ ਸੁਰਾਖ ਵਿੱਚ ਆਪਣੀ ਉਂਗਲੀ ਪਾ ਕੇ ਉਸਦੀ ਮਾਲਿਸ਼ ਕੀਤੀ। ਕੁਝ ਦੇਰ ਬਾਅਦ ਆਂਟੀ ਨੇ ਕਿਹਾ ਹੋ ਗਿਆ ਕਿ ਨਹੀਂ? ਮੈਂ ਕਿਹਾ ਹਾਂ। ਆਂਟੀ ਉੱਠਣ ਲੱਗੀ। ਮੈਂ ਕਿਹਾ ਆਂਟੀ ਤੁਹਾਡੀ ਨਾਈਟੀ ਅਤੇ ਪੈਂਟੀ ਵਿੱਚ ਤੇਲ ਲੱਗ ਜਾਵੇਗਾ। ਉਸਨੇ ਕਿਹਾ ਹਾਂ ਪਰ ਕੋਈ ਗੱਲ ਨਹੀਂ, ਸੱਚਮੁੱਚ ਸਨੀ ਤੂੰ ਮੇਰਾ ਸਾਰਾ ਦਰਦ ਦੂਰ ਕਰ ਦਿੱਤਾ ਹੈ। ਹੁਣ ਤੁਸੀਂ ਲੇਟ ਜਾਓ, ਮੈਂ ਤੁਹਾਡੀ ਮਾਲਿਸ਼ ਵੀ ਕਰਾਂਗੀ। ਮੈਂ ਲੇਟ ਗਿਆ। ਉਸਨੇ ਕਿਹਾ ਦੱਸ ਕਿੱਥੇ ਲਾਉਣਾ ਹੈ, ਸੱਟ ਕਿੱਥੇ ਹੈ? ਮੈਂ ਦਿਖਾਇਆ। ਫਿਰ ਮਾਸੀ ਨੇ ਤਰਬੂਜ ਵਾਲਾ ਬੈਗ ਪੈਂਟੀ ਖੋਲ੍ਹਿਆ ਤੇ ਮੇਰੇ ਮੂੰਹ ਕੋਲ ਸੁੱਟ ਦਿੱਤਾ ਤੇ ਕਿਹਾ ਮੈਂ ਹੋਰ ਤੇਲ ਲੈ ਕੇ ਆਉਂਦੀ ਹਾਂ। ਮੈਂ ਉਸਦੇ ਤਰਬੂਜ ਦੀ ਮਹਿਕ ਲੈ ਰਿਹਾ ਸੀ। ਫਿਰ ਮਾਸੀ ਨੇ ਆ ਕੇ ਟੀ-ਸ਼ਰਟ ਉੱਪਰ ਕਰਨ ਲਈ ਕਿਹਾ। ਮੈਂ ਉੱਪਰ ਕੀਤੀ। ਆਂਟੀ ਤੇਲ ਲਗਾਉਣ ਲੱਗੀ। ਆਂਟੀ ਨੂੰ ਪਤਾ ਨਹੀਂ ਕੀ ਹੋ ਗਿਆ। ਉਸਨੇ ਮੇਰੀ ਅੰਡਰਵੀਅਰ ਖੋਲੀ ਅਤੇ ਹੇਠਾਂ ਵੱਲ ਘੁਮਾ ਦਿੱਤਾ। ਮੈਂ ਕਿਹਾ ਇਹ ਕੀ ਆ? ਉਸਨੇ ਕਿਹਾ ਇੱਥੇ ਵੀ ਸੱਟ ਲੱਗੀ ਹੋਵੇਗੀ, ਤੁਸੀਂ ਲੇਟੇ ਰਹੋ। ਆਂਟੀ ਮੇਰੇ ਨਾਗਰਾਜ ਦੀ ਮਾਲਿਸ਼ ਕਰਨ ਲੱਗੀ। ਕੁਝ ਸਮੇਂ ਬਾਅਦ ਮੇਰੇ ਤੋਂ ਆਪਣਾ ਕੰਟਰੋਲ ਖਤਮ ਹੋ ਗਿਆ ਅਤੇ ਆਂਟੀ ਦੀ ਚੌੜੀ ਗੁਫਾ ਵਿੱਚ 8 ਇੰਚ ਲੰਬੇ ਨਾਗਰਾਜ ਨਾਲ ਮੈਂ ਡੰਬ ਪਾਉਣੇ ਸ਼ੁਰੂ ਕਰ ਦਿੱਤੇ। ਫਿਰ ਅਸੀਂ ਦੋਵੇਂ ਸੌਂ ਗਏ। ਇਹ ਸਿਲਸਿਲਾ ਅੱਜ ਤੱਕ ਵੀ ਚੱਲ ਰਿਹਾ ਹੈ। ਅੱਜ ਵੀ ਮੈਂ ਉਹਨਾਂ ਨੂੰ ਪਿਆਰ ਨਾਲ ਰਗੜਦਾ ਹਾਂ। ਉਹ ਮੇਰੇ ਸੰਦ ਦੀ ਅੱਜ ਵੀ ਬਹੁਤ ਦੀਵਾਨੀ ਹੈ। ਉਮੀਦ ਕਰਦਾ ਹਾਂ ਕਿ ਅੱਜ ਦੀ ਕਹਾਣੀ ਸੁਣ ਕੇ ਤੁਹਾਨੂੰ ਪੂਰਾ ਫੁੱਲ ਵਟਾ ਫੁੱਲ ਨਜ਼ਾਰਾ ਆਇਆ ਹੋਵੇਗਾ।